बाल जवानी यार बिरद फोना, तीन अवस्था जाना। कहो नानक हर भजन बिना, बिरथा सब ही मान। बाल जवानी यार बिरद फोना, तीन अवस्था जान। कहो नानक हर भजन बिना, बिरथा सब ही माना। वाहिगुरु जी का खालसा, वाहिगुरु जी की फतेह। ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 35 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਹ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1428 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਲੋਕ ਵਿੱਚ ਮਨੁੱਖ ਦੀ ਜ਼ਿੰਦਗੀ ਦੇ 3 ਪੜਾਅ ਜਿਹੜੇ ਨੇ ਉਹਨਾਂ ਨੂੰ ਸਾਡੇ ਨਾਲ ਸਾਂਝਾ ਕਰ ਰਹੇ ਨੇ ਕਿ 3 ਅਵਸਥਾਵਾਂ ਨੇ ਜਿਹੜੀਆਂ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ। ਪਰ ਉਹਨਾਂ 3 ਅਵਸਥਾਵਾਂ ਦੇ ਨਾਲ ਇੱਕ ਜਿਹੜਾ ਮੇਨ ਸਾਡਾ ਧਿਆਨ ਦਵਾਇਆ ਹੈ ਕਿ ਜੇ ਸਾਡੀ ਜ਼ਿੰਦਗੀ 'ਚ ਉਸ ਪਰਮੇਸ਼ਰ ਦਾ ਨਾਮ ਨਹੀਂ, ਸਾਡੀ ਜ਼ਿੰਦਗੀ 'ਚ ਸੱਚ ਨਹੀਂ, ਅਵਸਥਾ ਭਾਵੇਂ ਕੋਈ ਵੀ ਹੋਵੇ, ਸਤਿਗੁਰੂ ਜੀ ਕਹਿੰਦੇ ਵਿਅਰਥ ਹੈ। ਉਹ 3 ਪੜਾਅ ਕਿਹੜੇ ਨੇ? ਬਾਲ, ਜਵਾਨੀ, ਆਰ ਅਤੇ ਬਿਰਧ ਫੁੰਨ, ਬਜ਼ੁਰਗੀ। 3 ਅਵਸਥਾ ਜਾਣ, ਇਹ 3 ਅਵਸਥਾ ਨੂੰ ਜਾਣ ਲੈ ਭਾਈ। ਇਹ 3 ਅਵਸਥਾ ਨੇ ਜਿਹੜੀਆਂ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ। ਹੁਣ ਇਹ ਸਮਾਜ ਦੀ ਜਿਹੜੀ ਭਾਵੇਂ ਬਾਲ ਅਵਸਥਾ ਹੈ, ਭਾਵੇਂ ਜਵਾਨੀ ਅਵਸਥਾ ਹੈ ਅਤੇ ਭਾਵੇਂ ਬਜ਼ੁਰਗੀ ਅਵਸਥਾ ਹੈ। ਹੁਣ ਕਈਆਂ ਤੇ 3 ਆਉਂਦੀਆਂ ਨੇ, ਕਈਆਂ ਤੇ 2 ਆਉਂਦੀਆਂ ਨੇ, ਜਵਾਨੀ ਵਿੱਚ ਹੀ ਪੂਰੇ ਹੋ ਜਾਂਦੇ ਨੇ। ਕਈਆਂ ਤੇ ਇੱਕੋ ਅਵਸਥਾ ਹੀ ਆਉਂਦੀ ਹੈ, ਪਰ ਉਪਦੇਸ਼ ਸਾਰਿਆਂ ਲਈ ਸਾਂਝਾ ਬਰਾਬਰ ਹੈ। ਨਾਂ ਲੈ ਤਾਂ ਨਾ ਵੀ ਭਾਵੇਂ ਬਾਲ ਅਵਸਥਾ ਹੈ, ਭਾਵੇਂ ਜਵਾਨੀ ਅਵਸਥਾ ਹੈ ਅਤੇ ਭਾਵੇਂ ਬਜ਼ੁਰਗੀ ਅਵਸਥਾ ਹੈ। ਇਹ ਤਿੰਨਾਂ 'ਚੋਂ ਇੱਕ ਅਵਸਥਾ ਤਾਂ ਪੱਕੀ ਆਏਗੀ ਨਾ, ਜੇ ਮੰਨ ਲਓ ਐਵਰੇਜ ਆਪਾਂ ਕੱਢੀਏ। ਬਾਕੀ 3 ਅਵਸਥਾਵਾਂ ਤੇ ਸਮਾਜ ਦੀ ਆਪਾਂ ਆਮ ਹੀ ਵੇਖਦੇ ਹਾਂ ਵੀ ਬਜ਼ੁਰਗੀ ਤੱਕ 3 ਅਵਸਥਾ ਬੰਦਾ 2 ਅਵਸਥਾਵਾਂ ਲੰਘ ਕੇ ਤੀਜੀ ਅਵਸਥਾ ਤੱਕ ਪਹੁੰਚਦਾ ਹੈ। ਵੇਖੋ, ਇਹ ਸਤਿਗੁਰੂ ਜੀ ਨੇ ਐਗਜ਼ਾਮਪਲ ਦਿੱਤੀ ਆ, ਪਰ ਮੇਨ ਧਿਆਨ ਦਵਾਇਆ ਕਿ ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਜੇ ਭਜਨ ਹੈ ਨਹੀਂ, ਬੰਦਗੀ ਹੈ ਨਹੀਂ, ਰੱਬੀ ਗੁਣ ਹੈ ਨਹੀਂ, ਤੇ ਭਾਵੇਂ ਜਵਾਨੀ ਵਾਲੀ ਅਵਸਥਾ ਹੈ, ਬਜ਼ੁਰਗੀ ਵਾਲੀ ਅਵਸਥਾ ਹੈ, ਬਚਪਨ ਵਾਲੀ ਅਵਸਥਾ, ਮਾਰੇ ਕਹਿੰਦੇ ਵਿਅਰਥ ਹੈ, ਸਾਰੀ ਬੇਕਾਰ ਹੈ। ਵੇਖੋ, ਗੁਰੂ ਸਾਹਿਬ ਜੀ ਨੇ ਜਦੋਂ ਆਪਾਂ ਇਹਨਾਂ ਸਲੋਕਾਂ ਨੂੰ ਪੜ੍ਹਿਆ, ਬੜੇ ਧਿਆਨ ਨਾਲ ਪਿਛਲੇ ਸਲੋਕਾਂ ਨਾਲ ਜੋੜ ਕੇ ਵੇਖੀਏ ਵੀ ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ। ਇਕੱਲੇ ਇਕੱਲੇ ਸਲੋਕਾਂ ਨਾਲ ਤੁਸੀਂ ਸਲੋਕ ਜੋੜ ਕੇ ਵੇਖੋ ਤੇ ਗੁਰੂ ਸਾਹਿਬ ਨੇ ਲੜੀ ਪਰੋਈ ਹੈ ਕਿ ਇਸ ਹੰਕਾਰ ਤੋਂ ਖਹਿੜਾ ਛਡਾਉਣ ਲਈ ਮੈਂ ਅਨੇਕਾਂ ਯਤਨ ਕੀਤੇ, ਪਰ ਮਨ ਦਾ ਮਾਣ ਨਹੀਂ ਦੂਰ ਹੋਇਆ, ਘਟਣ ਦੀ ਬਜਾਏ ਵਧੀ ਗਿਆ। ਪਾਤਸ਼ਾਹ ਕਹਿੰਦੇ ਅਵਸਥਾ ਕੋਈ ਹੋਵੇ, ਉਹ ਅਵਸਥਾ ਬੇਕਾਰ ਹੈ, ਵਿਅਰਥ ਹੈ, ਜੇ ਅਸੀਂ ਸੱਚ ਨਾਲ ਸਾਂਝ ਨਹੀਂ ਪਾਈ ਤਾਂ। ਵੇਖੋ, ਗੁਰੂ ਨੌਵੇਂ ਪਾਤਸ਼ਾਹ ਜੀ ਨੇ 3 ਅਵਸਥਾਵਾਂ ਕਹੀਆਂ ਨੇ, ਅਤੇ ਮਾਝ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ 10 ਪੜਾਅ ਬਿਆਨ ਕੀਤੇ ਨੇ। ਉੱਥੇ ਸ਼ਬਦ ਵਰਤਿਆ, ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚੇ ਦੀ ਜਿਹੜੀ ਪਹਿਲੀ ਅਟੈਚਮੈਂਟ ਹੈ ਨਾ, ਉਹ ਦੁੱਧ ਨਾਲ ਹੈ। ਤੁਸੀਂ ਵੇਖਿਆ ਕਈ ਵਾਰੀ ਹੋਸਪਿਟਲਾਂ ਵਿੱਚ ਬੱਚਾ ਜਨਮ ਲੈਂਦਾ ਹੈ, ਜਦੋਂ ਮਾਂ ਨੂੰ ਦੁੱਧ ਨਹੀਂ ਉਤਰਦਾ ਅਤੇ ਉਹ ਦੁੱਧ ਲਾਗੇ ਕੋਈ ਨਰਸ, ਕੋਈ ਦੂਜੀ ਪਰਿਵਾਰ ਦੀ ਔਰਤ ਜਿਹੜੀ ਹੈ ਉਹ ਬੱਚੇ ਨੂੰ ਪੀਂਦੀ। ਬੱਚੇ ਨੂੰ ਥੋੜ੍ਹਾ ਪਤਾ ਹੈ ਉਹਦਾ ਸੰਬੰਧ, ਪਹਿਲਾ ਅਟੈਚਮੈਂਟ ਉਹਦੀ ਦੁੱਧ ਨਾਲ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੋਚ। ਜਦੋਂ ਦੂਜੇ ਪੜਾਅ 'ਚ ਆਉਂਦਾ ਹੈ, ਦੂਜੀ ਅਵਸਥਾ 'ਚ ਆਉਂਦਾ ਹੈ, ਉੱਥੇ ਮਾਂ ਬਾਪ ਦੀ ਉਹਨੂੰ ਸੁੱਧ ਹੁੰਦੀ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ। ਤੀਜੇ ਭਈਆ ਭਾਬੀ ਬੇਬ, ਇਹ ਸੰਸਾਰ ਦੀ ਐਗਜ਼ਾਮਪਲ ਲਈ ਵੀ ਸੰਸਾਰ ਚੇਂਜ ਹੋ ਰਿਹਾ ਹੈ। ਤੀਜੀ ਅਵਸਥਾ 'ਚ ਆਣ ਕੇ ਭਈਆ ਭਾਬੀ ਬੇਬੇ, ਮੇਰੀ ਭੈਣ ਹੈ, ਮੇਰਾ ਭਰਾ ਹੈ, ਇਹ 4 ਦੀਵਾਰੀ 'ਚ ਰਹਿਣ ਵਾਲੇ ਪਰਿਵਾਰਕ ਮੈਂਬਰ ਮੇਰੇ ਆਪਣੇ ਨੇ। ਹੁਣ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਜਦੋਂ ਚੌਥੇ ਪੜਾਅ 'ਚ ਆਉਂਦਾ, ਚੌਥੀ ਅਵਸਥਾ 'ਚ ਆਉਂਦਾ,
ਖੇਡ ਨਾਲ ਪਿਆਰ ਹੈ ਉਹਦਾ, ਖੇਡਾਂ ਨਾਲ। ਤੁਸੀਂ ਵੇਖਿਆ ਬੱਚਾ ਛੋਟਾ ਹੁੰਦਾ ਉਹਨੂੰ ਖੇਡਣ ਵਾਲਾ ਕੁਛ ਹੈ। ਉਹਨਾਂ ਘਰਾਂ ਜਾ ਕੇ ਬੱਚੇ ਦਾ ਬਹੁਤ ਦਿਲ ਲੱਗਦਾ ਜਿੱਥੇ ਕੋਈ ਖੇਡਣ ਵਾਲਾ ਹੋਵੇ। ਜਿਹੜੇ ਬੱਚੇ ਖੇਡਣ ਦੇ ਸ਼ੌਕੀਨ ਆ ਉਹਨਾਂ ਨੂੰ ਆਪਣਾ ਹਮ ਉਮਰ ਚਾਹੀਦਾ ਹੈ, ਉਹ ਬੱਚੇ ਖੇਡਾਂ ਕਰਦੇ ਨੇ ਕਿਉਂਕਿ ਉਹਦੀ ਚੌਥਾ ਜਿਹੜਾ ਪੜਾਅ ਨਾ ਉਹਦਾ ਖੇਡ ਨਾਲ ਪਿਆਰ ਹੈ। ਤਾਂ ਹੀ ਤੁਸੀਂ ਉਹ ਘਰਾਂ 'ਚ ਬੱਚਿਆਂ ਨੂੰ ਖਿਡੌਣੇ ਲਿਆ ਕੇ ਦੇਈਦੇ ਨੇ, ਭਾਵੇਂ ਉਹ ਸਮਾਂ ਪਾ ਕੇ ਹੁਣ ਖੇਡਾਂ ਵੀ ਬੱਚਿਆਂ ਦੀਆਂ ਬਦਲਦੀਆਂ ਜਾਂਦੀਆਂ ਨੇ ਚੌਥੇ ਪੜਾਅ 'ਚ ਆਣ ਕੇ। ਅਤੇ ਪੰਜਵੇਂ ਖਾਣ ਪੀਣ ਕੀ ਧਾਤ। ਹੁਣ ਜਦੋਂ ਬੱਚਾ ਖੇਡਦਾ ਤੁਸੀਂ ਵੇਖਿਆ ਕਈ ਵਾਰੀ ਉਹਦੇ ਦੋਸਤ ਮਿੱਤਰ ਉਹਨੂੰ ਖੇਡਣ ਵਕਤ ਵੀ ਕਈ ਵਾਰੀ ਉਹਦੇ ਨਾਲ ਧੱਕਾ ਮੁੱਕੀ ਵੀ ਹੁੰਦਾ ਹੈ, ਉਹ ਕਈ ਵਾਰੀ ਲੜਦਾ ਵੀ ਹੈ, ਖਿੱਚਦਾ ਵੀ ਹੈ, ਮਾਂ ਬਾਪ ਦੇ ਕੋਲ ਵੀ ਸ਼ਿਕਾਇਤ ਲੈ ਕੇ ਆਉਂਦਾ ਹੈ। ਫਿਰ ਜਦੋਂ ਪੰਜਵੇਂ ਪੜਾਅ 'ਚ ਆਉਂਦਾ ਪੰਜਵੇਂ ਖਾਣ ਪੀਣ ਕੀ ਧਾਤ, ਹੁਣ ਉਹਦੀ ਖਾਣ ਪੀਣ ਦੀ ਇੱਛਾ ਪ੍ਰਗਟ ਹੋ ਰਹੀ। ਹੁਣ ਇਕੱਲਾ ਦੁੱਧ 'ਤੇ ਥੋੜ੍ਹਾ ਨਿਰਭਰ ਹੈ। ਜਦੋਂ ਬੱਚਾ ਛੋਟਾ ਹੁੰਦਾ ਉੱਥੇ ਪਹਿਲਾਂ ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ। ਜਦੋਂ ਬੱਚਾ ਛੋਟਾ ਸੀ ਉਦੋਂ ਉਹਦਾ ਆਧਾਰ ਕੇਵਲ ਦੁੱਧ ਸੀ। ਘਰ 'ਚ ਜਿੰਨੇ ਮਰਜ਼ੀ ਪਕਵਾਨ ਬਣ ਰਹੇ ਸੀ ਉਹਨੂੰ ਦੁੱਧ ਤੋਂ ਬਿਨਾਂ ਕਿਸੇ ਪਕਵਾਨ ਨਾਲ ਕੋਈ ਮਤਲਬ ਨਹੀਂ ਸੀ। ਭਾਵੇਂ ਉੱਥੇ ਐਗਜ਼ੈਂਪਲ ਸੰਸਾਰੀ ਆ ਪਰ ਉੱਥੇ ਗੱਲ ਬੜੀ ਪਿਆਰੀ ਸਮਝਾਈ ਉੱਥੇ ਵੀ ਗੁਰੂ ਸਾਹਿਬ ਨੇ ਕਿ ਬੱਚਾ ਦੁੱਧ ਤੋਂ ਬਿਨਾਂ ਉਹਦਾ ਦੁੱਧ ਹੀ ਮੇਨ ਉਹਦਾ ਆਸਰਾ, ਬਾਕੀ ਉਹਨੇ ਪਕਵਾਨਾਂ ਤੋਂ ਕੀ ਲੈਣਾ। ਇੱਦਾਂ ਹੀ ਜਿਹੜਾ ਬੱਚਾ ਮਾਨੋ ਸਿੱਖ ਹੈ, ਦੁੱਧ ਕੀ ਹੈ? ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ। ਗੁਰੂ ਦੀ ਮੱਤ ਮੇਨ ਟਾਰਗੇਟ ਹੋਣਾ ਚਾਹੀਦਾ ਹੈ। ਬਾਕੀ ਚੀਜ਼ਾਂ ਜੀਵਨ 'ਚ ਹੋਣ ਨਾ ਹੋਣੇ ਤੇ ਬਾਅਦ ਦੀਆਂ ਗੱਲਾਂ ਨੇ। ਗੁਰੂ ਦੀ ਮੱਤ ਨੇ ਤੁਹਾਡੀ ਜ਼ਿੰਦਗੀ ਨੂੰ ਸਵਾਰਨਾ ਤੇ ਸ਼ਿੰਗਾਰਨਾ ਹੈ। ਘਰ ਵਿੱਚ 36 ਪ੍ਰਕਾਰ ਦੇ ਭੋਜਨ ਬਣੇ ਨੇ, ਜੋ ਮਰਜ਼ੀ ਪਕਵਾਨ ਤਿਆਰ ਹੋਣੇ, ਬੱਚੇ ਨੇ ਉਹਨਾਂ ਪਕਵਾਨਾਂ ਤੋਂ ਕੀ ਲੈਣਾ ਜੇ ਉਹਦੇ ਕੋਲ ਉਹਦੀ ਖੁਰਾਕ ਹੀ ਨਹੀਂ ਹੈਗੀ। ਤੇ ਸਿੱਖ ਦੀ ਖੁਰਾਕ ਸਿੱਖਿਆ ਹੈ, ਗਿਆਨ ਹੈ ਗੁਰੂ ਦਾ ਉਪਦੇਸ਼, ਜਿਹਨੇ ਤੁਹਾਡੇ ਮਨ ਦੀ ਤ੍ਰਿਪਤੀ ਕਰਨੀ ਹੈ, ਜਿਹਨੇ ਅੰਦਰੋਂ ਰਜਾਉਣਾ ਹੈ ਸਾਨੂੰ। ਹੁਣ ਇੱਥੇ ਪਾਤਸ਼ਾਹ ਜੀ ਜਿਹੜੀ ਗੱਲ ਕਰ ਰਿਹਾ ਬਾ ਕਮਾਲ ਹੈ, ਕਹਿੰਦੇ ਪੰਜਵੇਂ ਖਾਣ ਪੀਣ ਕੀ ਧਾਤ। ਹੁਣ ਜਦੋਂ ਤਰ੍ਹਾਂ ਤਰ੍ਹਾਂ ਦੇ ਪਕਵਾਨ, ਹੁਣ ਕਈ ਵਾਰੀ ਜਦੋਂ ਪੰਜਵੇਂ ਪੜਾਅ 'ਚ ਆਉਂਦਾ ਉਦੋਂ ਫਿਰ ਇਹ ਨਹੀਂ ਵੀ ਜੋ ਬਣਿਆ ਉਹ ਖਾਂਦਾ ਹੈ, ਉਹ ਕਈ ਵਾਰੀ ਸਪੈਸ਼ਲ ਵੀ ਮਾਂ ਨੂੰ ਕਹਿ ਕੇ ਬਣਾਉਂਦਾ ਹੈ ਅਤੇ ਮਾਂ ਨੂੰ ਬਣਾਉਣਾ ਪੈਂਦਾ। ਉਹ ਕਹਿੰਦੀ ਠੀਕ ਹੈ ਬਾਕੀ ਪਰਿਵਾਰ ਸਾਰਾ ਖਾ ਗਿਆ ਪਰ ਮੇਰਾ ਬੱਚਾ ਮੰਗ ਰਿਹਾ, ਮੇਰੀ ਧੀ ਮੰਗ ਰਹੀ ਹੈ, ਮੇਰਾ ਬੇਟਾ ਮੰਗ ਰਿਹਾ, ਅਤੇ ਮਾਂ ਬਾਪ ਨੂੰ ਫਿਰ ਬੱਚਿਆਂ ਨੂੰ ਬਣਾ ਕੇ ਵੀ ਦੇਣਾ ਪੈਂਦਾ। ਆਪ ਘੱਟ ਵੀ ਖਾ ਲੈਣਗੇ ਪਰ ਬੱਚਿਆਂ ਦੀ ਉਹ ਇੱਛਾ ਪੂਰੀ ਕਰਨੀ ਪੈਂਦੀ ਹੈ ਕਿਉਂਕਿ ਹੁਣ ਬੱਚਾ ਮੰਗਦਾ ਹੈ। ਪੰਜਵੇਂ ਖਾਣ ਪੀਣ ਕੀ ਧਾਤ। ਜਦੋਂ ਛੇਵੇਂ ਪੜਾਅ 'ਚ ਆਏ, ਛੇਵੇਂ ਕਾਮ ਨਾ ਪੁੱਛੇ ਜਾਤ। ਹੁਣ ਜਦੋਂ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਆ ਤਾਂ ਜੀਵਨ ਦੇ ਵਿੱਚ ਇਹ ਵਾਸ਼ਨਾ ਨਾਲ ਵੀ ਜਨਮ ਲੈਣਾ ਸੁਭਾਵਿਕ ਹੈ। ਫਿਰ ਹੁਣ ਉੱਥੇ ਜਾ ਕੇ ਕਈ ਵਾਰੀ ਫਿਰ ਜਾਤ ਪਾਤ ਦਾ ਇੱਥੇ ਮੀਨਿੰਗ ਹੈ ਵੀ ਫਿਰ ਇੱਜ਼ਤ ਨਹੀਂ ਵੇਖੀ ਜਾਂਦੀ। ਫਿਰ ਉੱਥੇ ਕਈ ਵਾਰੀ ਮਤਲਬ ਜਿਹੜਾ ਦਾਇਰਾ ਵਾ ਉਹਨੂੰ ਪਾਰ ਵੀ ਕੀਤਾ ਜਾਂਦਾ। ਸਤਵੇਂ ਸਾਂਝ ਕਿਆ ਕਰਵਾ, ਜਦੋਂ ਪਤਾ ਵੀ ਹੁਣ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਦੇ ਵਿੱਚ ਕੋਈ ਇੱਦਾਂ ਦੀ ਹਲਚਲ ਹੋਣ ਲੱਗ ਪਈ ਹੈ, ਵਾਸ਼ਨਾਵਾਂ ਜਨਮ ਲੈ ਰਹੀਆਂ ਨੇ, ਜਾਂ ਸਾਨੂੰ ਲੱਗਦਾ ਕਿ ਸਾਡਾ ਪੁੱਤਰ ਧੀ ਕਿਤੇ ਗਲਤ ਸਟੈਪ ਨਾ ਚੱਕ ਲੈਣ, ਫਿਰ ਸਤਵੇਂ ਪੜਾਅ 'ਚ ਆਣ ਕੇ ਉਹਨੂੰ ਸਾਂਝ ਕੀਆ ਘਰਵਾਸ, ਉਹਦਾ ਘਰਵਾਸ ਕਰਾ ਦਿੰਦੇ ਆ। ਉਹਦਾ ਆਨੰਦ ਕਾਰਜ ਵਿਆਹ ਜਿਹੜਾ ਜਿਸ ਮਤ ਨਾਲ ਵੀ ਸੰਬੰਧ ਰੱਖਦਾ, ਜਿਹੜਾ ਵੀ ਉਹਨਾਂ ਦੀ ਪ੍ਰਕਿਰਿਆ ਉਸ ਮੁਤਾਬਕ ਉਹਦਾ ਘਰ ਵਸਾਉਂਦੇ ਨੇ। ਸਤਵੇਂ ਸਾਂਝ ਕੀਆ ਘਰਵਾਸ। ਅੱਠਵੇਂ ਕ੍ਰੋਧ ਹੋਆ ਤਾਂ ਨਾਸ। ਅੱਠਵੇਂ ਪੜਾਅ 'ਚ ਆਣ ਕੇ ਫਿਰ ਜਦੋਂ ਵਿਆਹ ਹੋ ਗਿਆ ਗਾੜੀ, ਫਿਰ ਇਹ ਤੋਂ ਬਾਅਦ ਫਿਰ ਕਿਸੇ ਬੱਚੇ ਦਾ ਕੋਈ ਸਮਾਨ ਚਾਹੀਦਾ, ਕਿਸੇ ਨੂੰ ਕੁਝ ਚਾਹੀਦਾ, ਕਿਸੇ ਨੂੰ ਕੁਝ ਚਾਹੀਦਾ। ਹੁਣ ਕ੍ਰੋਧ ਵੀ ਚੜ੍ਹਦਾ, ਗੁੱਸਾ ਵੀ ਆਉਂਦਾ ਕਈ ਵਾਰੀ ਵੀ, ਕਿਉਂਕਿ ਪਹਿਲਾਂ ਇਕੱਲਾ ਸੀ। ਬਹੁਤੇ ਲੱਗਦਾ ਕਈ ਵਾਰੀ ਬਹੁਤੇ ਜਿਹੜੇ ਬੰਦੇ ਧਾਰਮਿਕ ਅਖਵਾਉਣ ਵਾਲੇ ਇਹ ਸਾਰੇ ਸਿਲਸਿਲੇ ਨੂੰ ਛੱਡ ਕੇ ਤੋਂ ਬਾਗੀ ਹੋਏ। ਉਹਦਾ ਬਾਗੀ ਹੋਣ ਦਾ ਕਾਰਨ ਵੀ ਮੈਨੂੰ ਲੱਗਦਾ ਇਹੋ ਹੀ ਸੀ ਕਿ ਉਹ ਸੋਚਦੇ ਸੀ ਇਹ ਬਿਪਤਾ ਵਾ, ਇੱਥੇ ਕਦੀ ਵਿਆਹ ਕਰਾਵਾਂਗੇ, ਕਦੀ ਬੱਚੇ ਦਾ ਵੱਡੇ ਬੱਚੇ ਨੂੰ ਕੁਝ ਲੈ ਕੇ ਤਾਂ ਛੋਟੇ ਦਾ ਮੁੱਕ ਜਾਣਾ, ਛੋਟੇ ਨੂੰ ਲੈ ਕੇ ਤਾਂ ਵੱਡੇ ਨੂੰ ਮੁੱਕ ਜਾਣਾ, ਕਦੀ ਰਾਸ਼ਨ ਮੁੱਕ ਗਿਆ, ਕਦੀ ਆਹ ਮੁੱਕ ਗਿਆ। ਤੁਸੀਂ ਵੇਖੋ ਅੱਜ ਆ ਪੈਟਰੋਲ ਡੀਜ਼ਲਾਂ ਦੇ ਰੇਟ ਮਹਿੰਗੇ ਹੋਏ ਆ, ਸਭ ਤੋਂ ਵੱਧ ਗ੍ਰਸਤੀ ਰੌਲਾ ਪਾ ਰਿਹਾ। ਕਦੀ ਤਿਆਗੀ ਨੇ ਵੀ ਰੌਲਾ ਪਾਇਆ, ਉਹਨੂੰ ਪਤਾ ਮੇਰਾ ਤੇ ਪੈਟਰੋਲ ਲੋਕਾਂ ਦੀ ਜੇਬ 'ਚ ਹੈ, ਮੇਰਾ ਡੀਜ਼ਲ ਮੇਰਾ ਪੈਟਰੋਲ ਜਿਹੜਾ ਹੈ ਉਹ ਲੋਕਾਂ ਦੀ ਪੌਕਟ 'ਚ ਹੈ। ਲੋਕੀ ਮਰਨ, ਮੈਂ ਕਿਸੇ ਤੋਂ ਕੀ ਲੈਣਾ। ਤੁਸੀਂ ਵੇਖ ਲਓ ਸਾਡੇ ਸਮਾਜ 'ਚ ਆਮ ਹੀ ਹੋ ਰਿਹਾ। ਗ੍ਰਸਤੀ ਬੰਦਾ ਪੀੜਤ ਹੈ, ਉਹਨੂੰ ਪਤਾ ਵੀ ਮੈਂ ਬੱਚੇ ਕਿੱਥੋਂ ਪਾਲਣੇ ਆ, ਮਹਿੰਗਾਈ ਬਹੁਤ ਜ਼ਿਆਦਾ ਹੈ। ਤੁਸੀਂ ਕਦੀ ਵੇਖੋ ਜਾਂ ਤਾਂ ਟੀਚਰ ਧਰਨਾ ਦੇ ਰਹੇ ਜਿਹੜੇ ਜਿਨ੍ਹਾਂ ਨੇ ਪੜ੍ਹ ਲਿਖ ਕੇ ਦਿਮਾਗ ਵਰਤਿਆ, ਜਾਂ ਤਾਂ ਉਹ ਵਿਚਾਰੇ ਸਰਕਾਰਾਂ ਦੀਆਂ ਲਾਠੀਆਂ ਖਾ ਰਹੇ ਆ। ਧਰਤੀ ਦੀ ਹਿੱਕ ਪਾੜ ਕੇ ਅਨਾਜ ਪੈਦਾ ਕਰਨ ਵਾਲਾ ਜਾਂ ਕਿਸਾਨ ਸਰਕਾਰਾਂ ਦਾ ਤਸ਼ੱਦਦ ਸਹਿ ਰਿਹਾ। ਤਿਆਗੀ ਦੇ ਆਪਣੇ ਡੇਰੇ 'ਚ ਸੇਬ ਬੈਠਾ ਹੋਇਆ, ਉਹਦੇ ਭਾਸ਼ਣ ਤਰ੍ਹਾਂ ਤਰ੍ਹਾਂ ਦੇ ਬਾਣੇ ਪਾ ਕੇ ਤੂੰ ਭਾਸ਼ਣ ਦੇਣਾ ਜਾਣਦਾ। ਬਸ ਉਹਨੂੰ ਕੀ ਪਤਾ ਵੀ ਇੱਕ ਦਿਨ ਆਣ ਕੇ ਪਬਲਿਕ ਦੇ ਵਿੱਚ ਬਹਿ ਕੇ ਵੇਖ, ਤੈਨੂੰ ਪਬਲਿਕ ਦੀ ਪੀੜਾ ਦਾ ਪਤਾ ਲੱਗੇ ਵੀ ਕਿੱਦਾਂ ਪਬਲਿਕ ਦੀ ਪੀੜਾ ਕੀ ਹੁੰਦੀ ਹੈ। ਗੁਰੂ ਸਾਹਿਬ ਆਮ ਸਮਾਜ ਦੇ ਵਿੱਚ ਰਹਿ ਕੇ ਵਿਚਰ ਕੇ ਵੇਖਿਆ ਉਹਨਾਂ ਨੇ। ਇਸੇ ਕਰਕੇ ਲੱਗਦਾ ਨਹੀਂ ਤੁਹਾਨੂੰ ਤਿਆਗੀ ਜਿਹੜੇ ਬੰਦੇ ਆ ਉਹਨਾਂ ਦਾ ਕਦੀ ਤੁਸੀਂ ਤਿਆਗੀ ਬੰਦੇ ਇੱਥੇ ਤੇ ਰਾਮਦੇਵ ਵਰਗੇ ਰੌਲਾ ਪਾਉਂਦੇ ਰਹੇ ਵੀ ਕਾਲਾ ਧਨ ਵਾਪਸ ਲੈ ਕੇ ਆਉਣਾ। ਅੱਜ ਤੁਹਾਡਾ ਕਾਲਾ ਜਦੋਂ ਭਾਸ਼ਣ ਸੁਣੀਦਾ ਉਦੋਂ ਕਹਿੰਦੇ ਸੀ ਪੈਟਰੋਲ ਡੀਜ਼ਲ ਮਹਿੰਗਾ ਹੈ, ਅੱਜ ਕਿਉਂ ਨਹੀਂ ਬੋਲਦੇ ਭਲਾ। ਕੋਈ ਤੁਸੀਂ ਕਿਸੇ ਸਾਧੂ ਮਹਾਤਮਾ ਦਾ ਬਿਆਨ ਸੁਣ ਕੇ ਵੇਖ ਲਓ ਵੀ ਪੁਰਾਣੇ ਸਮੇਂ ਤੁਸੀਂ ਨੋਟ ਕੀਤਾ ਹੋਏਗਾ, ਗੁਰੂ ਅਮਰਦਾਸ ਮਹਾਰਾਜ ਤੋਂ ਸਮੇਂ ਦਾ ਬਾਦਸ਼ਾਹ ਅਕਬਰ ਪ੍ਰਭਾਵਿਤ ਹੈ। ਅਤੇ ਸੁਭਾਵਿਕ ਹੈ ਗੁਰੂ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ।
मतलब गुरु साहब जी अपनी उस धार्मिक लियाकत का, उस जज्बे का उत्ते जिहड़ा प्रभाव पैंदा उहदा फायदा की चकदे आ, जिहड़े समाज सुधार काम कराए, सती प्रथा बंद कराई, जो उस वक्त जो औरतां नूं गुलाम रखिया जा रहा सी, जो जो जिहड़े भी समाज दे विच सुधार करन वाले काम सी समय दीआं सरकारां कोलों गुरु पातशाह ने करवाए आ। अज दे वड्डे वड्डे बाबे जिन्हां दीआं सरकारां नाल कहंदे बहुत अटैचमेंट है, क्यों नहीं हो रहा भला? क्योंकि पंजाबी च कई भी रले हुए आ, सरकारां दे नाल पूर्ण तौर ते अटैचमेंट आ। उन्हां नूं की वरतदे अगले उन्हां नूं वरत के जिद्दण उन्हां नूं पता लग्या भी हुण साडे काम दा नहीं आ, फिर जिवें पहले बाबिਆਂ नाल होया ਉਹ इदां अगलिਆਂ ने बस कर देना सारा कुछ, अगलिਆਂ कोल सब कुछ हुंदा है। सरकारां दे आपक कानून दे हत्थ बहुत लंबे आ, सच्ची गल आ लंबे, सब कुछ कर सकदे हो। तो खैर जिहड़ी आपां गल करना चाहुंदे आ, हुण उत्थे जिहड़ी शब्द वरते 8वें क्रोध होआ तन नास, 8वें पड़ाਅ च आण के क्रोध करके तन नास हुंदा, क्योंकि सुभाविक है घर में मुश्किलां आउणियां ने, समस्या, इन्हां समस्यावां दा ना ही जिंदगी है, उतरा चढ़ा जिंदगी च आउणे सुभाविक ने। हुण इहदा अर्थ ये ना लै लिओ भी जिहड़े त्यागी ने, जिहड़े अपने डेरियां 'च बैठे उन्हां नूं गुस्सा नहीं आउंदा, उन्हां दा गुस्सा सगों ज़्यादा खतरनाक है। क्योंकि इत्थे ते गृहस्थी दे 2 बच्चे विआह के गाड़ी पता पुत्तरे होण, बच्चिਆਂ ਨੂੰ ਕਹਿੰਦਾ पुत्रो मैं होना याद हाँ, गल सुन लो मेरी, हुण तुहाडे बच्चिਆਂ नाल लिंक है, तुसीं अपने बच्चे पढ़ाओ लिखाओ, मैनूं 2 फुलके चाहिए। पर त्यागी दा ते ये सिस्टम मुकना ही नहीं, क्योंकि ना उहदे बच्चे मुकने ना उहने आप मुकना, क्योंकि एक चला गया दूजा आ गया, दूजा आ गया तीजा चला गया, इदां ही सिस्टम चलता रहना उहदा जिड्डा वड्डा दायरा है ओडा वड्डा ही उहदा खिज के पैना भी उहदा ओडा वड्डा ही है। 8वें क्रोध होआ तन नास, 9वें धौले उभे साह। जो 9वें पड़ाਅ च आया तो फिर हुण सुभाविक सी धौले उभे साह दा अर्थ इन्हां लै लिओ भी अजकल तां कईयां नूं 20 25 साल की एज 'ਚ धौले आउण लग पे ने। ये तो मैडिकल प्रॉब्लम हुंदी है, शरीर 'च कोई किसी की कमी भी हो सकती है, आपां पर एक एवरेज कड्ढी है भी आम केस आउणा बुढ़ेपे की निशानी आपां मनदे आं आपां। पर अजकल तो ये नहीं आपां कहदे, अजकल तां शरीर 'ਚ कई समस्यावां आउंदियां ने, तो कई वारी आपां वेखदे आं भी छोटी उम्र दे विच भी जिहड़े बच्चे 10th क्लास तक जांदे ने, उहदे केस कई वारी चिट्टे होने शुरू हो जाते हैं। तो खैर इत्थे जिहड़ा मेन जिहड़ा नुकता है भी 9वें धौले उभे साह, भाव 9वें पड़ाਅ च आके हुण बुढ़ेपे वाले बन्ने तुर पिया। 10वें दद्दा हुआ सुहा, 10वें पड़ाਅ च आण के सुहा दी टेरी बन गया। हुण ये 10 पड़ाਅ, इत्थे 3 पड़ाਅ ने, उत्थे 10 है। ये तो अगले श्लोक विच नाल इदां विचार दित्ती है कि 10 बालतन, 10 सालां तक बच्चा जिहड़ा है वो बचपन वालियां उहदियां गल्लां हुंदियां ने। 10 बालतन 20 रवण, 20 तक वो रमदा है। 30 का सुंदर कहावे, 30 साल की उम्र तक वो सुंदर भरदा, जिन्हों आप 40 पुर होए, 40 तक वो पूर्ण तौर पर सिखर ते जांदा। फिर 85 पग खिस्से भी 50 साल तक ऐन जांदा, 40 तो लैके 50 तक सिखर ते पहुँचदा। फिर जो 50 तो बाद 51वां शुरू होंदा ना, फिर वो पौड़ी जानी इदा करो 50 साल तक पौड़ी चढ़दा वा। जो 50 साल ते ऐन टीसी ते पहुँचा, फिर पौड़ी उतरनी शुरू हो जाती हौली हौली, स्टैप बाय स्टैप, जिन्ने डंडे चढ़े उन्ने उतरने शुरू हो गए इदा। फिर 85 पग खिस्से, जो 50 ते आया फिर पैर खिसकना शुरू हो गया। फिर 60 के बुढ़ेपा आवे, 60 ते बाद फिर हौली हौली बजुर्गी ने हौली हौली उन्होंने ये शरीर की गल हो रही है प्यारे, मन की गल नहीं। मन तो 80-90 साल तक भी छाला मारदा है, वो तो गुरमुख बुढ़े कदे ना ही, जिन्हें अंतर सुरत ज्ञान है। कई बजुर्गों तुसीं वेखिओ, कई मावां च वेखिओ तुसीं 80-90 साल तक इहो जी एनर्जी है भी तुहानूं उन्हां लड़कियां च जिहड़ियां 20 22 25 साल दी उन्हां च उन्नी एनर्जी नहीं मिलनी। कई तुसीं बुजुर्गों च वेखो 60-70 साल के बुजुर्ग काम करदे आ, भज नस करदे, कोई थकेवा नहीं, तो कई 20-25 साल दे डिग डिग पैंदे आ। हुण उत्थे एवरेज कढ़ दित्ती, कहंदे 60 के बुढ़ेपा आवे, 70 का मतहीन। हुण की 17 दे सारे मतहीन हो जांदे? एक संसार की एग्जाम्पल है जी आम बंदा कहता हुण दी उम्र हो गई है भाई ये तो मातों ही ना हो गया ना भाई, सारिਆਂ ते गल नहीं टुकदी। 70-80 साल के बापू कोलों भी परिवार दे जी सलाह लैके तुरदे, पुछदे आ उहनूं भी की करिए ते की ना करिए। ये गल उन्हां दी है जिन्हां कोल गुरमत है नहीं, जिन्हां कोल गुरु का उपदेश है नहीं, वो मनमुख बालक बिरध समान है। 70 का मतहीन, 80 का व्यवहार ना पवे। 80 साल तक फिर हुण काम कार छड्ड गया, हुण काम कार करन जोगा नहीं। नवें का सेजा सनी 9 ते जाके वो सेज उत्ते बह गया, फिर मंजा चाहिए उन्होंने, बैड चाहिए अपना। नवें का सेजा सनी मूल ना जाने अप बल, ढंडोलम ढूंढम डिठ मैं नानक जग धुएं का तौरा ला। भी जगत एक जिवें धुआं नहीं हुंदा ते ऐं लगदा जिवें उत्ते बदल बन गए, बस आ है सेड़। ये हुण इत्थे 3 अवस्थावां कईयां, उत्थे 10 पड़ाਅ गुरु नानक ने पूरी व्याख्या इदां कीती होई। उत्थे इत्थे गुरु ने 3 च गल निबेड़ती भी बाल, जवानी आर बिरध फुन 3 अवस्था जान। ये 3 अवस्थावां ने, पर नाल कहता कौन नानक हर भजन बेन,
हे नानक भजन तो बिना विण गुण कीते भगत तो बिना बिरथा सब ही मान। ਜਦੋਂ ਆਪਾਂ ਸੁਖਮਨੀ ਸਾਹਿਬ ਦੀ ਅਸ਼ਟਪਦੀਆਂ ਦਾ ਪਾਠ ਕਰਦੇ ਹਾਂ, 5 ਨੰਬਰ ਅਸ਼ਟਪਦੀ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕਰਦੇ ਆ। 268 ਨੰਬਰ ਅੰਕ 'ਤੇ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਜਿਹੜੀ ਅਸੀਂ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜਦੋਂ ਆਪਾਂ ਪਾਠ ਕਰਦੇ ਹਾਂ 5 ਨੰਬਰ, ਉਹ 'ਚ ਗੁਰੂ ਸਾਹਿਬ ਨੇ ਪੂਰੀ ਵਿਆਖਿਆ ਕਰਕੇ ਬੜੇ ਪਿਆਰ ਨਾਲ ਸਮਝਾਇਆ ਵੀ ਮਿਥਿਆ ਦਾ ਅਰਥ ਹੈ ਵਿਅਰਥ ਹੈ, ਝੂਠ ਕਹਿ ਲਓ। ਮਿਥਿਆ ਸਰਵਣ ਪਰ ਨਿੰਦਾ ਸੁਣੇ। ਜੇ ਸਾਡੇ ਕੰਨ ਨਿੰਦਿਆ ਸੁਣਦੇ ਆ, ਮਾੜੀਆਂ ਗੱਲਾਂ ਸੁਣਦੇ, ਤੇ ਪਾਤਸ਼ਾਹ ਕਹਿੰਦੇ ਇਹ ਕੰਨ ਸਰੀਰ ਨਾਲ ਲੱਗੇ ਹੀ ਵਿਅਰਥ ਆ, ਬੇਕਾਰ ਹੀ ਇਹਨੂੰ ਆਪਾਂ ਕਹਿ ਲਓ। ਜਿਹੜੇ ਕੰਮ ਲਈ ਆਏ ਸੀ ਸਰੀਰ ਨੂੰ, ਇਹਨਾਂ ਸਰਵਣਾਂ ਨੂੰ ਜਿਸ ਕੰਮ ਲਈ ਲਾਇਆ ਸੀ, ਇਹ ਸਰਵਣੋਂ ਮੇਰਿਓ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਬਾਣੀ। ਜੇ ਕੰਨ ਸਰੀਰ ਨਾਲ ਲੱਗੇ, ਇਹਨਾਂ ਨੇ ਮਾੜੀਆਂ ਗੱਲਾਂ ਵੱਲ ਹੀ ਧਿਆਨ ਦਿੱਤਾ, ਮਾੜੀਆਂ ਗੱਲਾਂ ਹੀ ਸੁਣੀਆਂ, ਤੇ ਪਾਤਸ਼ਾਹ ਕਹਿੰਦੇ ਵਿਅਰਥ ਆ, ਬੇਕਾਰ। ਮਿਥਿਆ ਸਰਵਣ ਪਰ ਨਿੰਦਾ ਸੁਣੇ। ਮਿਥਿਆ ਕਹਿਣ ਲੱਗੇ ਹਸਤ ਪਰ ਦਰਬ ਕੋ ਹਿਰੈ। ਜੇ ਇਹ ਹੱਥ ਦੂਜੇ ਦੀ ਕਮਾਈ ਨੂੰ ਹੜੱਪਦੇ ਆ, ਕਿਉਂਕਿ ਬੰਦਾ ਰਿਸ਼ਵਤ ਇਹਨਾਂ ਹੱਥਾਂ ਨਾਲ ਲੈਂਦਾ, ਨੁਕਸਾਨ ਵੀ ਇਹਨਾਂ ਹੱਥਾਂ ਨਾਲ ਹੀ ਕਰਦਾ। ਕਹਿੰਦੇ ਮਿਥਿਆ ਹਸਤ ਪਰ ਦਰਬ ਕੋ ਹਿਰੈ, ਇਹ ਹੱਥ ਵਿਅਰਥ ਨੇ ਜੇ ਇਹ ਪਰ ਦਰਬ ਕੋ ਹਿਰਦੇ ਆ, ਪਰਾਏ ਦਰਬ ਨੂੰ ਖਿੱਚ ਕੇ ਆਪਣੇ ਘਰ ਲੈ ਕੇ ਆਉਂਦੇ ਆ। ਆਪਣੀ ਕਮਾਈ ਇਹਨਾਂ ਹੱਥਾਂ ਨਾਲ ਲਿਆਉਣੀ ਮਾੜੀ ਗੱਲ ਨਹੀਂ। ਜਦੋਂ ਬੰਦਾ ਸੈਲਰੀ ਲੈਂਦਾ ਇਹਨਾਂ ਹੱਥਾਂ ਨਾਲ ਲੈਂਦਾ ਨਾ। ਤੁਸੀਂ ਮੰਡੀ 'ਚ ਕੋਈ ਅਨਾਜ ਸੁੱਟ ਕੇ ਵੇਚ ਕੇ ਆਏ ਜੇ, ਤੁਸੀਂ ਕੋਈ ਸਮਾਨ ਵੇਚਦੇ ਜੇ, ਤੁਸੀਂ ਇਹਨਾਂ ਹੱਥਾਂ ਨਾਲ ਪੈਸੇ ਗਿਣਦੇ ਜੇ ਨਾ, ਇਹਨਾਂ ਹੱਥਾਂ ਨਾਲ ਆਪਣੀ ਕਮਾਈ ਲੈ ਕੇ ਆਉਣੀ ਕੋਈ ਮਾੜੀ ਗੱਲ ਨਹੀਂ। ਪਰ ਜਦੋਂ ਤੂੰ ਇਹਨਾਂ ਹੱਥਾਂ ਨਾਲ ਰਿਸ਼ਵਤ ਫੜਦਾ ਨਾ, ਜਦੋਂ ਤੂੰ ਪੈਸੇ ਫੜਦਾ, 2 ਨੰਬਰ ਦੀ ਕਮਾਈ ਜਿਹਨੂੰ ਆਪਾਂ ਕਹਿੰਦੇ ਹਾਂ, ਫਿਰ ਇਹ ਹੱਥ ਉਦੋਂ ਵਿਅਰਥ ਹੋ ਜਾਂਦੇ ਆ, ਬੇਕਾਰ ਹੋ ਜਾਂਦੇ। ਮਿਥਿਆ ਹਸਤ ਪਰ ਦਰਬ ਕੋ ਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ। ਜੇ ਇਹ ਅੱਖਾਂ ਪਰਾਏ ਰੂਪ ਤੱਕਦੀਆਂ, ਜਾਂ ਯਾਨੀ ਕਿ ਮਰਦ ਪਰਾਈ ਔਰਤ ਵੱਲ ਮਾੜੀ ਨਿਗਾਹ ਨਾਲ ਵੇਖਦਾ, ਤੇ ਔਰਤ ਪਰਾਏ ਮਰਦ ਵੱਲ ਮਾੜੀ ਨਿਗਾਹ ਨਾਲ ਵੇਖਦਾ। ਮਾੜੀ ਨਿਗਾਹ ਸਮਝੋ, ਜੇ ਤੇ ਉਹ 'ਚੋਂ ਵੇਖ ਕੇ ਆਪਣਾ ਭਰਾ ਦਿਸੇ, ਆਪਣਾ ਪੁੱਤਰ ਦਿਸੇ, ਆਪਣਾ ਤਾਇਆ ਚਾਚਾ ਪਿਤਾ ਦੀ ਫੀਲਿੰਗ ਆਵੇ ਵੀ ਮੇਰੇ ਪਿਤਾ ਵਰਗੀ ਸ਼ਕਲ ਸੇਮ ਇਹਦੀ, ਮੇਰੇ ਭਰਾ ਵਰਗਾ ਹੈ, ਮੇਰੇ ਪੁੱਤਰ ਵਰਗਾ ਹੈ, ਫਿਰ ਤਾਂ ਕੋਈ ਹਰਜ ਨਹੀਂ ਵੇਖਣ ਦਾ। ਇਹ ਬਿਲਕੁਲ ਮੇਰੀ ਭੈਣ ਵਰਗੀ ਹੈ, ਮੇਰੇ ਤਾਏ ਚਾਚੇ ਦੀ ਬੇਟੀ ਵਰਗੀ ਹੈ, ਮੇਰੀ ਬੇਟੀ ਵਰਗੀ ਹੈ, ਮੇਰੇ ਭਰਾ ਦੀ ਬੇਟੀ ਵਰਗੀ ਹੈ, ਮੇਰੀ ਭੈਣ ਵਰਗੀ ਹੈ, ਮੇਰੀ ਭੂਆ ਮਾਸੀ ਵਰਗੀ ਹੈ, ਕੋਈ ਹਰਜ ਨਹੀਂ ਵੇਖਣ ਦਾ। ਪਰ ਜੇ ਉਹ 'ਚੋਂ ਵਾਸ਼ਨਾਵਾਂ ਜਨਮ ਲੈ ਰਹੀਆਂ ਨੇ, ਫਿਰ ਪਾਤਸ਼ਾਹ ਕਹਿੰਦੇ ਨੇ ਇਹ ਨੇਤਰ ਵਿਅਰਥ ਨੇ, ਫਿਰ ਬੇਕਾਰ ਕਹਿ ਲਓ, ਆਪਾਂ ਇਹਨੂੰ ਕਹਿ ਸਕਦੇ ਹਾਂ। ਹੁਣ ਗੱਲ ਆ ਗਈ ਨਾ, ਭਾਵੇਂ ਬਾਲ ਜਵਾਨੀ ਆ, ਭਾਵੇਂ ਬਿਰਧਵਾ, ਤੇ ਭਾਵੇਂ ਇੱਥੇ ਜਿਹੜੀ ਮਰਜ਼ੀ ਅਵਸਥਾ ਲਾ ਲਓ, ਜਦੋਂ ਅਸੀਂ ਭਜਨ ਨਾਲ ਨਹੀਂ ਜੁੜੇ, ਸੱਚ ਨਾਲ ਨਹੀਂ ਜੁੜੇ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ। ਮਿਥਿਆ ਰਸਨਾ ਭੋਜਨ ਅਨ ਸਵਾਦ। ਦੇਖੋ ਪ੍ਰਸ਼ਾਦਾ ਛਕਣਾ ਤੇ ਸਵਾਦ ਨਾ ਲੱਗੇ, ਉਹ ਤਾਂ ਆਪਾਂ ਨੂੰ ਪਤਾ ਲੱਗਦਾ ਬੇਸਵਾਦ ਦੀ ਚੀਜ਼ ਚੰਗੀ ਨਹੀਂ ਲੱਗਦੀ, ਪਰ ਇੱਥੇ ਸਵਾਦ ਦਾ ਅਰਥ ਹੈ ਚਸਕੇ। ਚਸਕਿਆਂ 'ਚ ਕਈ ਵਾਰੀ ਬੰਦਾ ਆਪਣੀ ਜ਼ਿੰਦਗੀ ਤਬਾਹ ਕਰ ਲੈਂਦਾ। ਹੁਣ ਮੱਛੀ ਹੈ ਉਹ ਆਪਣੇ ਚਸਕੇ ਕਰਕੇ ਫੜੀ ਜਾਂਦੀ, ਨਹੀਂ ਤਾਂ ਐਡੇ ਵੱਡੇ ਸਮੁੰਦਰ 'ਚੋਂ ਮੱਛੀ ਨੂੰ ਕੌਣ ਬਾਹਰ ਕੱਢ ਸਕਦਾ ਸੀ। ਪਰ ਚਸਕਿਆਂ ਕਰਕੇ ਕਈ ਵਾਰੀ ਬੰਦੀ ਬਾਬਾ ਹੋਰ ਖਾਣਾ ਖੁਸ਼ੀ, ਹੋਰ ਖਾਣ ਦੀ ਖੁਸ਼ੀ ਕਈ ਵਾਰੀ ਬੰਦੇ ਨੂੰ ਖੁਆਰ ਕਰਦੀ ਆ, ਤਬਾਹ ਕਰਦੀ ਆ। ਨਹੀਂ ਤਾਂ ਬੰਦੇ ਨੇ, ਤੁਸੀਂ ਅੱਜ ਕਿਸੇ ਹੌਸਪੀਟਲ ਚੱਕਰ ਮਾਰ ਕੇ ਵੇਖੋ, ਜੇ ਐਵਰੇਜ ਕੱਢੋਗੇ ਨਾ, ਤੇ ਲਗਭਗ 98% ਜਿਹੜੇ ਲੋਕ ਵਾ ਉਹ ਇਸ ਜ਼ੁਬਾਨ ਨਾਲ ਵੱਧ ਖਾਣ ਨਾਲ ਹੌਸਪੀਟਲਾਂ 'ਚ ਪਹੁੰਚੇ ਨੇ। ਘੱਟ ਖਾਣ ਵਾਲਿਆਂ ਦੀ ਐਵਰੇਜ 1-2% ਹੋਏਗੀ, ਉਹ ਵੀ ਅਜੇ ਮੈਂ ਜ਼ਿਆਦਾ ਕਹਿ ਦਿੱਤੀ ਹੈ। ਨਹੀਂ ਤਾਂ ਬਹੁਤਾਤ ਗਿਣਤੀ ਵੱਧ ਖਾਣ ਵਾਲਿਆਂ ਦੀ ਜਿਹੜੀ ਹੈ ਨਾ, ਉਹੋ ਹੀ ਵੱਧ, ਤੇ ਮਾੜਾ ਚੰਗਾ ਖਾਣ ਵਾਲਿਆਂ ਕਰਕੇ ਹੀ ਹੌਸਪੀਟਲਾਂ ਦੇ ਬੈੱਡ ਜਿਹੜੇ ਆ ਉਹ ਫੁੱਲ ਨੇ, ਨੱਕਾਂ ਨੱਕ ਭਰੇ ਪਏ ਨੇ। ਕਿਉਂਕਿ ਘੱਟ ਖਾਧੇ ਦਾ ਤੇ ਘੱਟ ਬੋਲੇ ਦਾ ਕਦੀ ਨੁਕਸਾਨ ਨਹੀਂ ਹੁੰਦਾ। ਵੱਧ ਬੋਲਣ ਵਾਲੇ ਨੂੰ ਵੀ ਸੌਰੀ ਕਹਿਣਾ ਪੈਣਾ, ਤੇ ਵੱਧ ਖਾਣ ਵਾਲੇ ਨੂੰ ਵੀ ਕਈ ਵਾਰੀ ਮੁੜ ਕੇ ਨੁਕਸਾਨ ਹੋਣਾ। ਹੁਣ ਇੱਥੇ ਦਾ ਸ਼ਬਦ ਵਰਤਿਆ, ਕਹਿਣ ਲੱਗੇ ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇਂ। ਹੁਣ ਪੈਰਾਂ ਨੇ ਤੇ ਤੁਰਨਾ ਹੀ ਆ, ਪਰ ਜਦੋਂ ਤੂੰ ਇਹਨੂੰ, ਇਹ ਪੈਰ ਵਕਾਰਾਂ ਵਾਲੇ ਬੰਨੇ ਤੁਰਦੇ ਆ, ਮਾੜੇ ਬੰਨੇ ਤੁਰਦੇ ਆ, ਕਹਿਣ ਲੱਗੇ ਉਦੋਂ ਇਹ ਪੈਰ ਵਿਅਰਥ ਹੋ ਜਾਂਦੇ। ਫਿਰ ਇਹਨਾਂ ਪੈਰਾਂ ਦਾ ਹੋਣਾ ਨਾ ਹੋਣਾ ਇੱਕ ਅਰਥ ਹੀ ਰਹਿ ਜਾਂਦਾ। ਮਿਥਿਆ ਮਨ ਪਰ ਲੋਭ ਲੁਭਾਵੇਂ। ਪਰ ਲੋਭ ਸ਼ਬਦ ਵਰਤਿਆ ਇੱਥੇ। ਜਦੋਂ ਤੂੰ ਦੂਜੀਆਂ ਚੀਜ਼ਾਂ ਦਾ ਲੋਭ ਕਰਦਾ, ਦੂਜੇ ਵਸਤੂਆਂ ਨੂੰ, ਹੁਣ ਕਿਸੇ ਦੇ ਘਰ ਪਈ ਚੀਜ਼ ਨੂੰ ਮਨ ਚਾਹੁੰਦਾ ਕਿਤੇ ਸਾਡੇ ਘਰ ਚੱਲ ਜਾਵੇ ਨਾ, ਆਪਣੀ ਵਸਤੂ ਬਾਜ਼ਾਰੋਂ ਖਰੀਦ ਕੇ ਲਿਆਉਣੀ ਹੈ, ਆਪਣੀ ਵਸਤੂ ਪੈਸੇ ਨਾਲ, ਉਹ ਥੋੜ੍ਹਾ ਮਾੜੀ, ਉਹ ਤਾਂ ਤੂੰ ਪੈਸੇ ਦੇ ਕੇ ਲੈਣ ਦੀ ਕੋਈ ਗੱਲ ਨਹੀਂ। ਪਰ ਜਦੋਂ ਤੂੰ ਕਿਸੇ ਦੇ ਘਰ ਪਈ ਚੀਜ਼ ਅਗਲਾ ਦੇਣਾ ਵੀ ਨਹੀਂ ਚਾਹੁੰਦਾ, ਤੇ ਚਾਹੁੰਦਾ ਫਰੀ ਆ ਜੇ, ਲਾਲਚ ਹੈ। ਪੁੱਤਰ ਵਿਆਹੁਣ ਚੱਲਿਆ, ਅਗਲਿਆਂ ਦੇ ਵੀ ਗਾੜੀ ਬੱਚੇ ਨੇ, ਅਗਲਿਆਂ ਦੀ ਵੀ ਬੇਟੀ ਬੇਟਾ, ਪਰ ਤੇਰੇ ਦਿਮਾਗ 'ਚ ਹੁੰਦਾ ਵੀ ਕਿਤੇ ਆਹ ਗੱਡੀ
ਪੁੱਤਰ ਵਿਆਹਾਂ ਤੇ ਜ਼ਮੀਨ ਜਾਇਦਾਦ, ਮਾफ़ ਕਰਨਾ ਕਈਆਂ ਨੇ ਇਸੇ ਪਰ ਲੋਭ ਕਰਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਲਈਆਂ। ਪਰ ਲੋਭ ਲੁਭਾਵੇਂ, ਕਹਿਣਗੇ ਮਿਥਿਆ ਤਨ ਨਹੀਂ ਪਰਉਪਕਾਰਾ, ਮਿਥਿਆ ਤਨ ਨਹੀਂ ਪਰਉਪਕਾਰਾ। ਜੇ ਤਨ ਪਰਉਪਕਾਰ ਨਹੀਂ ਕਰਦਾ, ਚੰਗੇ ਕੰਮ ਨਹੀਂ ਕਰਦਾ, ਤੇ ਤਨ ਹੈ ਹੀ ਵਿਅਰਥ। ਪਾਤਸ਼ਾਹ ਕਹਿੰਦੇ ਨੇ ਮਿਥਿਆ ਬਾਸ ਲੇਤ ਬੇਕਾਰਾ। ਜੇ ਇਹ ਵਾਸ਼ਨਾਵਾਂ 'ਚ ਹੀ ਪਿਆ ਹੋਇਆ, ਇਹ ਨਾਸਾਂ ਨੇ ਵਾਸ਼ਨਾਵਾਂ ਹੀ ਲਈਆਂ ਨੇ, ਤੇ ਕਹਿਣ ਲੱਗੇ ਇਹ ਨਾਸਾਂ ਦਾ ਵੀ ਕਿਸੇ ਕੋਈ ਅਰਥ ਨਹੀਂ ਰਹਿ ਜਾਂਦਾ ਫਿਰ ਇਸ ਬੋਡੀ ਦੇ ਨਾਲ, ਸਰੀਰ ਨਾਲ ਲੱਗਣਾ। ਸਫਲ ਦੇ, ਕਹਿਣ ਲੱਗੇ ਬਿਨ ਬੂਝੇ ਮਿਥਿਆ ਸਭ ਪਏ। ਬਿਨ ਬੁੱਝਣ ਤੋਂ, ਕਿਹਨੂੰ ਬੁੱਝਣ ਤੋਂ? ਸੱਚ ਨੂੰ ਬੁੱਝਣ ਤੋਂ। ਜੇ ਉਹ ਸੱਚ ਨਾਲ ਸਾਂਝ ਨਹੀਂ ਪਈ, ਉਹ ਸੱਚ ਦੇ ਨਾਲ ਸੰਬੰਧ ਨਹੀਂ ਜੁੜਿਆ। ਬਿਨ ਬੂਝੇ ਮਿਥਿਆ ਸਭ ਪਏ, ਬਿਨ ਬੁੱਝਣ ਤੋਂ, ਬਿਨਾਂ ਸੱਚ ਨਾਲ ਸਾਂਝ ਪਾਉਣ ਤੋਂ। ਆੜਾ ਉੱਪਰਲਾ ਜੋ ਦੱਸਿਆ ਨਾ, ਭਾਵੇਂ ਹੱਥਾਂ ਦੀ ਗੱਲ ਆਈ ਆ, ਭਾਵੇਂ ਨੇਤਰਾਂ ਦੀ ਗੱਲ ਆਈ ਆ, ਭਾਵੇਂ ਉਹ ਪੈਰਾਂ ਦੀ ਗੱਲ ਆਈ ਆ, ਭਾਵੇਂ ਮਨ ਦੀ ਗੱਲ ਆਈ ਆ। ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਇਹ ਦੇਹ ਸਫਲ ਕਦੋਂ ਹੁੰਦੀ ਆ? ਜਦੋਂ ਉਹਦਾ ਨਾਮ ਲਿਆ ਜਾਂਦਾ, ਜਦੋਂ ਇਹ ਸਾਡੇ ਗਿਆਨ ਅੰਦਰੇ, ਕਰਮ ਅੰਦਰੇ ਸਹੀ ਦਿਸ਼ਾ ਵਾਲੇ ਬੰਨੇ ਤੁਰਦੇ ਆ, ਉਹਦੀ ਅਗਵਾਈ ਕਬੂਲਦੇ ਆ। ਫਿਰ ਭਾਵੇਂ ਬਾਲ ਅਵਸਥਾ, ਭਾਵੇਂ ਜਵਾਨੀ ਅਵਸਥਾ, ਤੇ ਭਾਵੇਂ ਬਜ਼ੁਰਗੀ ਵਾਲੀ ਅਵਸਥਾ। ਪਾਤਸ਼ਾਹ ਕਹਿੰਦੇ ਤਿੰਨੇ ਅਵਸਥਾਵਾਂ ਪ੍ਰਮਾਣ ਹੋ ਜਾਂਦੀਆਂ। ਪਰ ਕਦੋਂ? ਜੇ ਸਾਡਾ ਮਨ ਸੱਚ ਨਾਲ ਸਾਂਝ ਪਾ ਕੇ ਚੰਗੇ ਕੰਮ ਕਰਨ ਦੀ ਸਾਡੇ ਬੋਡੀ ਨੂੰ, ਸਾਡੇ ਸਰੀਰ ਨੂੰ, ਸਾਡੇ ਕਰਮ ਇੰਦਰੀਆਂ ਨੂੰ, ਸਾਡੇ ਗਿਆਨ ਇੰਦਰੀਆਂ ਨੂੰ ਪ੍ਰੇਰਨਾ ਦੇਵੇ, ਇੰਜ ਕਹਿ ਲਓ। ਤੇ ਤਾਂ ਹੀ ਆਖਿਆ ਇਹ ਸਰੀਰਾ ਮੇਰਿਆ, ਇਸ ਜਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ। ਹੁਣ ਸਰੀਰ ਨੂੰ ਸੰਬੋਧਨ ਕਰਕੇ ਕਹਿ ਰਿਹਾ ਗੁਰੂ ਅਮਰਦਾਸ ਪਾਤਸ਼ਾਹ, ਇਹ ਸਰੀਰਾ ਮੇਰਿਆ, ਇਸ ਜਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇ ਆਇਆ। ਜਿਨ ਜਿਨ ਤੇਰਾ ਹਰ, ਜਿਨ ਹਰ ਤੇਰਾ ਰਚਨ ਰਚਿਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਹਰੀ ਨੇ ਤੇਰਾ ਇਹ ਰਚਨ ਰਚਿਆ, ਤੂੰ ਉਹਨੂੰ ਮਨ 'ਚ ਨਹੀਂ ਵਸਾਇਆ। ਤੇ ਇੱਦਾਂ ਹੋ ਗਿਆ ਜਿਵੇਂ ਜਿਸ ਬਾਪ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਘਰ ਬਣਾਇਆ, ਅੱਜ ਬਾਪ ਲਈ ਘਰ 'ਚ ਕਮਰਾ ਹੀ ਹੈ ਨਹੀਂ, ਇਸ ਮਾਂ ਲਈ ਘਰ 'ਚ ਰੂਮ ਹੀ ਹੈ ਨਹੀਂ, ਸੋ ਹਰ ਮਨ ਨਾ ਵਸਾਇਆ। ਜਿਸ ਮਾਲਕ ਨੇ ਆ ਤੇਰਾ ਸਰੀਰ ਤਿਆਰ ਕੀਤਾ, ਜਿਸ ਮਾਲਕ ਨੇ ਆ ਕਾਇਆ ਤਿਆਰ ਕੀਤੀ ਆ, ਇਹ ਢਾਂਚਾ ਤਿਆਰ ਕੀਤਾ, ਪਿਆਰਿਆ ਉਹਨੂੰ ਰਿਸਪੈਕਟ ਦੇ, ਉਹਦਾ ਸਤਿਕਾਰ ਕਰ। ਇਹ ਕਹਿ ਮਾਲਕਾ ਤੇਰੇ ਬਿਨਾਂ ਮੇਰਾ ਜੀਵਨ ਅਧੂਰਾ ਹੈ। ਇਹ ਮੇਰਾ ਟੱਬਰ ਖੁਸ਼ ਹੀ ਉਦੋਂ ਹੁੰਦਾ ਜਦੋਂ ਮਾਲਕ ਜੀ ਤੁਸੀਂ ਵਿੱਚ ਬੈਠੇ ਹੋ। ਜਿਨ੍ਹਾਂ ਘਰਾਂ 'ਚ ਸੱਚ ਹੈ, ਜਿਨ੍ਹਾਂ ਘਰਾਂ 'ਚ ਮਾਂ ਬਾਪ ਦੀ ਅਹਿਮੀਅਤ ਆ। ਮੈਂ ਸੈਂਕੜੇ ਵਾਰ ਸਟੇਜਾਂ 'ਤੇ ਗੱਲ ਬੋਲੀ ਆ ਵੀ ਬਿਰਧ ਆਸ਼ਰਮ ਸਮਾਜ ਲਈ ਚੰਗਾ ਕੰਮ ਨਹੀਂ, ਸਮਾਜ ਦੇ ਮੱਥੇ 'ਤੇ ਕਲੰਕ ਹੈ। ਠੀਕ ਹੈ, ਕੁਝ ਸੰਸਥਾਵਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਸਾਂਭੇ, ਪਰ ਉਹਨਾਂ ਬਿਰਧ ਆਸ਼ਰਮਾਂ 'ਚ ਉਹ ਵੀ ਬਜ਼ੁਰਗ ਬੈਠੇ ਆ ਜਿਨ੍ਹਾਂ ਦੇ ਗਾੜੀ ਪੋਤਰੇ, ਦੋਤੇ, ਦੋਤੀਆਂ ਵੀ ਹੈਗੇ ਨੇ, ਪਰਿਵਾਰ ਚੰਗੇ ਚੰਗੇ ਸੈੱਟ ਨੇ। ਕਿਉਂਕਿ ਬੜਾ ਸੌਖਾ ਲੱਗਦਾ ਨਾ ਸਾਡੇ ਸਮਾਜ ਨੂੰ, ਬਹੁਤੀ ਵਾਰੀ ਤਾਂ ਹਸਬੈਂਡ ਵਾਈਫ ਨੂੰ ਲੱਗਦਾ ਵੀ ਸਾਡੀ ਪ੍ਰਾਈਵੇਸੀ ਖਤਮ ਹੋ ਜਾਣੀ ਹੈ। ਉਹਨਾਂ ਨੂੰ ਇਹ ਭੁੱਲ ਗਿਆ ਵੀ ਤੁਹਾਡੀ ਵੀ ਕਦੀ, ਤੁਹਾਡੇ ਨੂੰਹ ਪੁੱਤ ਦੀ ਵੀ ਪ੍ਰਾਈਵੇਸੀ ਆਉਣੀ ਕਦੀ। ਬੱਸਾਂ ਵਿੱਚ ਨਹੀਂ ਲਿਖਿਆ ਹੁੰਦਾ ਜੀ ਕਹੋ ਜੀ ਕਹਾਓ। ਇਹ ਗੱਲ ਜਿੱਦਾਂ ਦੀ ਖੂਹ 'ਚ ਆਵਾਜ਼ ਮਾਰ ਦਿਓ, ਬੈਕ ਇੱਦਾਂ ਦੀ ਵਾਪਸ ਆਉਣੀ ਹੈ। ਤਾਂ ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਮਾਜ ਵਿੱਚ ਚੰਗਾ ਬੀਜਣਾ ਸ਼ੁਰੂ ਕਰ ਦਈਏ, ਪਰਿਵਾਰ 'ਚ ਵਧੀਆ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿਓ, ਖੁਸ਼ ਰਹਿਣਾ ਸ਼ੁਰੂ ਕਰ ਦਿਓ। ਹਾਸਾ ਜ਼ਿੰਦਗੀ ਦੀ ਬੜੀ ਵੱਡੀ ਇੱਕ ਖੁਰਾਕ ਆ। ਖੇੜਾ ਬਹੁਤ ਵੱਡੀ ਦਾਤ ਹੈ। ਜਿਹੜੇ ਬੰਦੇ ਖੁਸ਼ ਰਹਿੰਦੇ ਆ ਉਹਨਾਂ ਨੂੰ ਗੁਰਦੇ ਦੀ ਕਦੀ ਪ੍ਰੋਬਲਮ ਨਹੀਂ ਆਉਂਦੀ ਆ, ਲੀਵਰ ਵਧੀਆ ਰਹਿੰਦਾ, ਸਕਿਨ ਵਧੀਆ ਰਹਿੰਦੀ ਆ। ਮਾਫ਼ ਕਰਨਾ, ਉਹਨਾਂ ਨੂੰ ਤਾਂ ਝੂਠੇ ਮੇਕਅਪ ਦੀ ਵੀ ਲੋੜ ਨਹੀਂ। ਤੁਹਾਡੀ ਬੋਡੀ ਇੰਨੀਆਂ ਮਹਿਕਾਂ ਛੱਡਦੀ ਆ। ਕਈ ਬੰਦੇ ਅੰਦਰੋਂ ਸੜੇ ਰਹਿੰਦੇ ਆ, ਬਾਹਰੋਂ ਹਜ਼ਾਰਾਂ ਰੁਪਈਆ ਇਹਨਾਂ ਕੰਮਾਂ 'ਤੇ ਲਾ ਕੇ ਉਹ ਕਹਿਣਗੇ ਇਹ ਬਦਾਮ ਵੀ ਖਾਂਦਾ ਵਾ, ਇਹ ਬਦਾਮ ਵੀ ਖਾਂਦੀ ਆ, ਇਹ ਤਾਂ ਸਭ ਕੁਝ ਖਾਂਦੇ ਆ। ਪਤਾ ਨਹੀਂ ਇਹਨੂੰ ਲੱਗਦਾ ਕਿਉਂ, ਲੱਗਣਾ ਕਿੱਥੋਂ, ਅੰਦਰ ਤੇ ਭੱਠੀ ਹੈ। ਇਹਦਾ ਤਪਤ ਕੜਾਹਾ ਅੰਦਰ ਤੇ, ਇਹ ਤਾਂ ਜੀਓ ਤਪਤ ਹੈ ਬਾਹਰੋਂ ਬਾਹਰ, ਤਪ ਖਪੇ ਬਹੁਤ ਬੇਕਾਰ। ਤੋ ਪਾਤਸ਼ਾਹ ਜੀ ਇੱਥੇ ਗੱਲ ਕਹਿੰਦੇ ਅਵਸਥਾ ਜਿਹੜੀ ਮਰਜ਼ੀ ਹੋਵੇ, ਭਾਵੇਂ ਬਾਲ ਹੈ, ਭਾਵੇਂ ਜਵਾਨੀ ਆ, ਤੇ ਭਾਵੇਂ ਇੱਥੇ ਬੁਢੇਪੇ ਦੀ ਗੱਲ ਹੈ, ਪਰ ਕਹਿੰਦੇ ਇਹ ਤਿੰਨ ਅਵਸਥਾਵਾਂ ਨੇ। ਪਰ ਪ੍ਰਵਾਨ ਕਦੋਂ ਆ? ਜਦੋਂ ਮਾਲਕ ਦਾ ਲੜ ਅਸੀਂ ਆਪਣੀ ਜ਼ਿੰਦਗੀ 'ਚ ਫੜਾਂਗੇ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਵਿਅਰਥ ਹੈ ਜੇ ਅਸੀਂ ਉਸ ਮਾਲਕ ਨਾਲ ਸਾਂਝ ਪਾ ਕੇ ਆਪਣਾ ਜੀਵਨ ਨਹੀਂ ਗੁਜ਼ਾਰਦੇ। ਕਿਹੜਾ ਮਾਲਕ? ਜਿਹੜਾ ਸਾਡੇ ਸਾਰਿਆਂ ਦੇ ਅੰਦਰ ਬੈਠਾ ਹੋਇਆ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ 35 ਨੰਬਰ ਸ਼ਲੋਕ ਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ। ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਆਪ ਕਰਿਆ ਕਰੋ। ਵੈਸੇ ਤਾਂ ਇਹ ਸ਼ਲੋਕ ਸਾਨੂੰ ਲਗਭਗ ਸਾਰਿਆਂ ਨੂੰ ਯਾਦ ਹੀ ਆ, ਕਿਉਂਕਿ ਇਹ ਅਸੀਂ ਸੁਣ ਕੇ ਯਾਦ ਕੀਤੇ ਹੋਏ ਨੇ ਸਾਰਿਆਂ ਨੇ। ਤੋ ਇਹਨਾਂ ਨੂੰ ਸਮਝੋ ਧਿਆਨ ਨਾਲ ਵੀ ਕਿੰਨੇ ਪਿਆਰੇ ਮੈਸੇਜ ਸਤਿਗੁਰੂ ਜੀ ਨੇ ਇਸ ਸ਼ਲੋਕ ਵਿੱਚ ਸਾਡੀ ਝੋਲੀ ਵਿੱਚ ਪਾਏ ਹੋਏ ਆ।
ਇਹ ਉਪਦੇਸ਼ ਆ, ਇਹ ਪ੍ਰੈਕਟੀਕਲ ਜਿਹੜੀਆਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਸਾਡੇ ਕੰਮ ਆਉਣ ਵਾਲੀਆਂ ਗੱਲਾਂ ਸਤਿਗੁਰ ਨੇ ਸਾਨੂੰ ਇਹ ਖਜ਼ਾਨਾ ਬਖਸ਼ਿਸ਼ ਕੀਤਾ ਹੋਇਆ। ਸਾਰਿਆਂ ਦਾ ਧੰਨਵਾਦ। 35 ਨੰਬਰ ਸਲੋਕ 1428 ਨੰਬਰ ਅੰਕ 'ਤੇ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਈਮਾਨ ਹੈ। ਸਾਰੇ ਸਾਧ ਸੰਗਤ ਜੀ ਸਾਰਿਆਂ ਦਾ ਧੰਨਵਾਦ। ਕੋਈ ਵੀ ਆਪਣੇ ਵੱਲੋਂ ਉਪਰਾਲਾ ਯਤਨ ਸਾਨੂੰ ਹਰ ਵਕਤ ਕਰਦੇ ਰਹਿਣਾ ਚਾਹੀਦਾ। ਘਰਾਂ ਵਿੱਚ ਵੀ ਕਲਾਸਾਂ ਲਾਉਂਦੇ ਹਾਂ, ਜਿੱਥੇ ਵੀ ਕਈ ਹੁਣ ਬੜੇ ਵੀਰਾਂ ਭੈਣਾਂ ਦਾ ਫੋਨ ਆਉਂਦਾ ਜੀ ਅਸੀਂ ਹੁਣ ਕਲਾਸਾਂ ਲਾਉਣ ਲੱਗ ਪਏ ਹਾਂ, ਅੱਗੇ ਬੱਚਿਆਂ ਨਾਲ ਸਾਂਝਾ ਕਰਨ ਲੱਗ ਪਏ ਹਾਂ। ਤਾਂ ਕੋਸ਼ਿਸ਼ ਕਰੋ ਜਿੱਥੇ ਹੈਗੇ ਜੇ, ਜਿੰਨੇ ਜੋਗੇ ਹੈਗੇ ਜੇ, ਆਪਣੇ ਇਰਦ ਗਿਰਦ ਇਹ ਗੁਣਾਂ ਦੀ ਖੁਸ਼ਬੂ, ਗੁਰਬਾਣੀ ਦੀ ਵਿਚਾਰ ਦੀ ਖੁਸ਼ਬੂ ਵੰਡਦੇ ਰਹਿਣਾ ਚਾਹੀਦਾ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।